खाना देते हैं सरदार जी? खाना नहीं, घाव किया है इसलिए नहीं खाते। पानी पूरी पीते हो या नहीं, क्या हुआ तुम्हारे साथ? कुछ नहीं, बिल्कुल कुछ नहीं, लेट के लिपट के सो जाएंगे। सत श्री अकाल। हाँ, हाँ जी। तुम्हारा व्हाट इज योर नेम? माय नेम कुसुम। अरे वाह, आपको तो इंग्लिश आती है। हाँ जी, ससुराल वाले। हाँ जी, छट गए? गढ़ शंकर चुंगिया। छट गए? हाँ जी, क्यों छट गए? वो कह रहे हैं ना मेंटल तौर पे छूट गए। पर अच्छे से तुसी अंग्रेजी नाम दस रहे हो। माय नेम इज हाँ नहीं, है तो सही हूँ, काम करती हूँ सारा। कितना ऐसी पढ़े हो? बात मैं 10वीं करी हूँ। अच्छा, हाँ फिर जी। भी माय नेम इज कुसुम हाँ जी, आती है इंग्लिश? हाँ जी। वेरी गुड। हाँ देखो, इसमें हैंड राइटिंग मेरी है। हाँ, वेरी गुड। श्रीमद् भागवत। मेरा पति देव अच्छा है, सही जैसे खड़े हैं भैया। अच्छा, और देखो अब तक 20 दिन हुए हैं आए को जहाँ के, वहीं छोड़ के भाग गया वो। पहले छत झूठ बोल के छड़ जाते हैं, फिर आंदे नहीं है। ਫਿਰ ਦੁਬਾਰਾ ਨਹੀਂ ਆਉਂਦੇ ਹੈਗੇ। ਇੱਕ ਵਾਰ ਛੱਡ ਜਾਣਾ ਉਹਨਾਂ ਨੇ, ਵੀ ਦੁਬਾਰਾ ਆਣਾ ਨਹੀਂ ਹੈਗਾ ਮੁੜ ਕੇ। ਦੇਖਣ ਵਾਸਤੇ ਆਣਾ, ਬਸ ਦੇਖਣ ਆ ਜਾਣ। ਉਹ ਸਾਡੀ ਮਾਤਾ ਜੀ ਬੈਠੀ ਹੁਣ ਦੇਖੋ, ਛੱਡ ਕੇ ਗਏ ਨੇ। ਉਹਦੀ ਕੁੜੀ, ਉਹਦੀ ਭੈਣ ਦੀ ਕੁੜੀ ਛੱਡ ਕੇ ਗਈ ਹੈ ਉਹਨਾਂ ਨੂੰ। ਉਹਦੀ ਪੈਨਸ਼ਨ ਵੀ ਲੱਗੀ ਹੋਈ ਹੈ 12,000 ਰੁਪਏ। ਪਹਿਲੇ ਉਹ ਵੀ ਖਾ ਗਈ ਲੁੱਟ ਕੇ ਉਹਨੂੰ। ਜਿਨ੍ਹਾਂ ਤੇ ਹੁਣ ਮੈਂ ਸ਼ਬਦਾਂ 'ਚ ਕੀ ਕਹਾਂ, ਜਿਨ੍ਹਾਂ ਨੂੰ ਟਾਇਲਟ ਬਾਥਰੂਮ ਦਾ ਵੀ ਪਤਾ ਨਹੀਂ ਲੱਗਦਾ, ਉਹਨਾਂ ਨੂੰ ਇਸ ਏਰੀਆ ਵਿੱਚ ਰੱਖਿਆ ਕਿ ਤਾਂ ਕਿ ਦੂਏ ਤੇ ਕੋਈ ਸਮੱਸਿਆ ਨਾ ਆ ਜਾਵੇ। ਕੀ ਭਾਣਾ ਬੀਤਿਆ ਰਾਤ ਨੂੰ ਆਪਣੀ ਮੋਟਰ ਤੇ ਜਿੱਥੇ ਸੌਂਦਾ ਉੱਥੇ ਗਿਆ ਤੇ ਸਵੇਰੇ ਸਰੀਰ ਤੋਂ ਉੱਠ ਨਹੀਂ ਹੋਇਆ। ਕਦੇ ਆਖਦਾ ਹੈ ਕਿ ਮੈਂ ਗਿਰ ਗਿਆ, ਕਦੇ ਆਖਦਾ ਹੈ ਮੈਂ ਬਿਮਾਰ ਹੋ ਗਿਆ। ਚੰਗਾ ਭਲਾ ਕੰਮ ਕਰਦਾ, ਫਿਰ ਐਦਾਂ ਹੀ ਰਹਿ ਗਿਆ। ਕੀ ਕਰਨਾ ਚਾਹੁੰਦਾ? ਬਾਬਾ ਜੀ, ਮੈਂ ਇਹ ਬਸ ਰਾਤ ਨੂੰ ਗਿਆ ਮੈਂ ਪਿਆ ਹੀ ਰਹਿ ਗਿਆ। ਮੇਰੇ ਭਾਈ ਦੋ ਹੈ, ਮੇਰਾ ਕੋਈ ਸਹਾਰਾ ਨਹੀਂ ਦੇ। माँ और तुम हो, बाकी भाई कहाँ है तुम्हारे? पापा भाई वहाँ है गाँव में। गाँव में? क्यों छोड़ दिया तुमको? छोड़ दिए, शादी करके छोड़ दिए। अच्छा, तुम्हारी शादी हुई थी? हाँ, मैं शादी हो गई। अच्छा, हाँ शादी के बाद तुम्हारे घर वाले ने छोड़ दिया? हाँ, घर छोड़ दिए। घर से निकाल दिए, घर से निकाल दिए। घर से निकाल दिया? हाँ, घर से निकाल दिए। कितनी देर हो गई? ये आज ही यहीं पर हूँ मैं। डेली पर यहीं पर तो रो क्यों रहे हो? रोते। ਦਿਮਾਗੀ ਤੌਰ ਤੇ ਪਰੇਸ਼ਾਨ ਇਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਜਿਹੇ ਕਿੱਸੇ ਸਾਂਝੇ ਕੀਤੇ ਨੇ ਜੋ ਕਿ ਤੁਹਾਨੂੰ ਜ਼ਿੰਦਗੀ ਦਾ ਇੱਕ ਵੱਡਾ ਸੁਨੇਹਾ ਦੇ ਜਾਣਗੇ, ਬਹੁਤ ਵੱਡੀ ਸਿੱਖ ਦੇ ਜਾਣਗੇ। ਇਹਨਾਂ ਲੋਕਾਂ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਹਿਣਾ ਜਾਂ ਫਿਰ ਮੰਦਬੁੱਧੀ ਕਹਿਣਾ ਸਹੀ ਨਹੀਂ ਹੋਵੇਗਾ। ਇਹ ਸ਼ਬਦਾਂ ਦਾ ਇਸਤੇਮਾਲ ਸਹੀ ਨਹੀਂ ਹੋਵੇਗਾ ਅਜਿਹੇ ਲੋਕਾਂ ਲਈ, ਬਲਕਿ ਇਹ ਲੋਕ ਤਾਂ ਉਹ ਲੋਕ ਨੇ ਜਿਹੜੇ ਕਿ ਤੁਹਾਨੂੰ ਕਿਸੇ ਬੁੱਧੀਜੀਵੀ ਵਿਅਕਤੀ ਤੋਂ ਵੀ ਚੰਗਾ ਸੁਨੇਹਾ ਦੇ ਜਾਣ। ਇਹਨਾਂ 'ਚੋਂ ਕਿਸੇ ਦੇ ਪਰਿਵਾਰ ਨੇ ਕਿਸੇ ਨੂੰ ਘਰੋਂ ਕੱਢ ਦਿੱਤਾ ਤੇ ਕਿਸੇ ਨੇ ਉਹਨਾਂ ਦੀ ਬਿਮਾਰੀ ਤੋਂ ਤੰਗ ਆ ਕੇ ਉਹਨਾਂ ਨੂੰ ਆਸ਼ਰਮ ਛੱਡ ਦਿੱਤਾ ਤੇ ਕਿਸੇ ਨੇ ਬਜ਼ੁਰਗ ਕਹਿ ਕੇ ਆਸ਼ਰਮ 'ਚ ਭੇਜ ਦਿੱਤਾ। ਇਹ ਲੋਕ ਮੰਦਬੁੱਧੀ ਨਹੀਂ, ਬਲਕਿ ਇਹ ਲੋਕ ਉਹ ਲੋਕ ਨੇ ਜੋ ਆਪਣੇ ਦਿਲੋਂ ਦਿਮਾਗ ਤੇ ਉਹ ਮਾਰ ਝੱਲ ਗਏ ਨੇ ਜੋ ਸ਼ਾਇਦ ਸਾਡੇ ਤੇ ਤੁਹਾਡੇ ਵਰਗਾ ਝੱਲ ਵੀ ਨਾ ਪਾਵੇ। ਆਓ ਤੁਸੀਂ ਵੀ ਸੁਣੋ ਇਹਨਾਂ ਖਾਸ ਲੋਕਾਂ ਦੀ ਜ਼ਿੰਦਗੀ ਦੇ ਉਹ ਕਿੱਸੇ ਜਿਨ੍ਹਾਂ ਕਰਕੇ ਇਹਨਾਂ ਨੂੰ ਹੁਣ ਅਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ। ਤੁਹਾਨੂੰ ਲੈ ਕੇ ਆਏ, ਤੁਸੀਂ ਦੇਖ ਸਕਦੇ ਹੋ ਪੱਤਰਿਆਂ ਦੇ ਨਾਲ ਸਿਸਟਮ ਬਣਾਇਆ ਜੋ ਬਹੁਤ ਹੀ ਜ਼ਿਆਦਾ ਹਾਲਤ ਜਿਨ੍ਹਾਂ ਦੀ ਗੰਭੀਰ ਹੈ, ਜਿਨ੍ਹਾਂ ਤੇ ਹੁਣ ਮੈਂ ਸ਼ਬਦਾਂ 'ਚ ਕੀ ਕਹਾਂ, ਜਿਨ੍ਹਾਂ ਨੂੰ ਟਾਇਲਟ ਬਾਥਰੂਮ ਦਾ ਵੀ ਪਤਾ ਨਹੀਂ ਲੱਗਦਾ, ਉਹਨਾਂ ਨੂੰ ਇਸ ਏਰੀਆ ਵਿੱਚ ਰੱਖਿਆ ਕਿ ਤਾਂ ਕਿ ਦੂਏ ਤੇ ਕੋਈ ਸਮੱਸਿਆ ਨਾ ਆ ਜਾਵੇ। ਫਿਰ ਉਹਨਾਂ ਨੂੰ ਸਾਫ਼ ਕਰਨਾ, ਉਹਨਾਂ ਦੇ ਲਈ ਰੋਟੀ ਦਾ ਪ੍ਰਬੰਧ, ਤੁਸੀਂ ਥੱਲੇ ਪਲੇਟਾਂ ਦੇਖ ਸਕਦੇ ਹੋ। ਖਾਣਾ ਦੇਣ ਤੋਂ ਬਾਅਦ ਦਾ ਦ੍ਰਿਸ਼ ਹੈ। ਰੋਟੀ ਦੇਣੀ, ਕਿਸੇ ਤੋਂ ਆਪਣੇ ਮੂੰਹ 'ਚ ਰੋਟੀ ਨਹੀਂ ਪਾਈ ਜਾ ਰਹੀ, ਉਹਦੇ ਮੂੰਹ ਦੇ ਵਿੱਚ ਰੋਟੀ ਪਾਣੀ, ਧੋਣਾ,
ਕੋਈ ਥੋੜ੍ਹੀ ਬਹੁਤ ਕਿਸੇ ਦੀ ਮੰਗ ਹੁੰਦੀ ਹੈ ਉਹ ਚੀਜ਼ ਪੂਰੀ ਕਰਕੇ ਦੇਣੀ। ਸੋ ਇੱਦਾਂ ਦੀਆਂ ਸੇਵਾ ਕਹਿ ਲਈਏ ਜਾਂ ਧਰਮ ਨਿਭਾ ਰਹੇ ਨੇ ਜੋ ਆਮ ਬੰਦੇ ਨੇ। ਤੁਸੀਂ ਤਸਵੀਰ ਤੇ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਇਹ ਰਾਜਕੁਮਾਰ ਹੈ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਹੁਣ ਤੋਂ 10-15 ਦਿਨ ਪਹਿਲਾਂ ਇੱਕ ਨੌਜਵਾਨ ਹੈ ਜੋ ਕਿ ਟੋਕਰੇ ਬਣਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜਾਂ ਆਪਣਾ ਪਾਲਣ ਪੋਸ਼ਣ ਕਹਿ ਰਹੀ ਹੈ। ਖੈਰ ਪਰਿਵਾਰ ਦੀ ਗੱਲ ਕਹਿਣਾ ਤਾਂ ਹੁਣ ਮੁਨਸਿਫ ਨਹੀਂ ਹੋਏਗਾ ਕਿਉਂਕਿ ਪਰਿਵਾਰ ਦਾ ਕੋਈ ਬੰਦਾ ਪੰਜਾਬੀ 'ਚ ਕਹੀਏ ਦੇ ਪਿੱਛੇ ਨਹੀਂ ਖੜਿਆ। 7 ਦਿਨ ਤੱਕ ਸਿਵਲ ਹਸਪਤਾਲ ਰੂਪਨਗਰ ਦੇ ਵਿੱਚ ਪਿਆ ਰਿਹਾ, ਸਰੀਰ ਥੱਲੋਂ ਗਲਣ ਲੱਗਿਆ। ਪਰਿਵਾਰ ਦਾ ਇੱਕ ਮੈਂਬਰ, ਇੱਕ ਸਿਸਟਰ ਆਈ ਵੀ ਸਾਹਮਣੇ ਕਿ ਮੈਂ ਚਲੋ ਇਹਨੂੰ ਭਰਾ ਨੂੰ ਸੰਭਾਲਦੀ ਹੈ, ਹਿਮਾਚਲ ਨਾਲ ਸੰਬੰਧਿਤ ਸੀਗੀ। ਪਰ ਉਸ ਤੋਂ ਬਾਅਦ ਉਸਦੇ ਘਰ ਦੇ ਹਾਲਾਤ ਵੀ ਇੰਨੇ ਮਾੜੇ ਸੀ ਕਿ 2 ਦਿਨ ਦੇ ਵਿੱਚ ਹੱਥ ਖੜੇ ਹੋ ਗਏ ਕਿਉਂਕਿ ਟਾਇਲਟ ਬਾਥਰੂਮ ਵਿੱਚ ਜਾ ਰਿਹਾ ਸੀਗਾ ਅਤੇ ਉਹਨਾਂ ਦੇ ਬੱਸ ਦੀ ਵੀ ਗੱਲ ਨਹੀਂ ਰਹੀ। ਹੁਣ ਜਿੰਦਾ ਜੀ ਬੇਸਹਾਰਾ ਆਸ਼ਰਮ ਪਹੁੰਚੇ ਹੈ। 2.5 ਕਿੱਲੇ ਜ਼ਮੀਨ ਦਾ ਮਾਲਕ ਸੀ। ਇਸ ਦੇ ਦਾਦੇ ਨੇ ਇਸ ਦੇ ਨਾਮ 'ਤੇ 2.5 ਕਿੱਲੇ ਜ਼ਮੀਨ ਲਿਖੀ। ਸਮੇਂ ਦੀਆਂ ਚਾਲਾਂ ਕਹਿ ਲਈਏ ਜਾਂ ਕੁਛ ਸਮਾਂ ਮਾੜਾ ਕਹਿ ਲਈਏ, ਉਹ 2.5 ਕਿੱਲੇ ਜ਼ਮੀਨ ਹੱਥੋਂ ਖੁੱਸ ਗਈ। ਕਿਤੇ ਠੱਗੀਆਂ ਦੇ ਰੋਪ ਵੀ ਲਗਾਏ ਨੇ, ਕਈ ਤਰ੍ਹਾਂ ਦੇ ਰੋਪ ਲਗਾਏ ਪਰ ਹਜੇ ਪੱਲੇ ਨਿਰਾਸ਼ਾ। ਉਸ ਤੋਂ ਬਾਅਦ ਕੀ ਭਾਣਾ ਬੀਤਿਆ, ਰਾਤ ਨੂੰ ਆਪਣੀ ਮੋਟਰ 'ਤੇ ਜਿੱਥੇ ਸੌਂਦਾ ਉੱਥੇ ਗਿਆ ਅਤੇ ਸਵੇਰੇ ਸਰੀਰ ਤੋਂ ਉੱਠ ਨਹੀਂ ਹੋਇਆ। ਕਦੇ ਆਖਦਾ ਹੈ ਕਿ ਮੈਂ ਗਿਰ ਗਿਆ, ਕਦੇ ਆਖਦਾ ਹੈ ਮੈਂ ਬਿਮਾਰ ਹੋ ਗਿਆ। ਸਹਾਰਾ ਕੋਈ ਨਹੀਂ ਬਣਿਆ। ਨੂਰਪੁਰ ਬੇਦੀ ਪੁਲਿਸ ਨੇ ਪ੍ਰਾਇਮਰੀ ਹੈਲਥ ਸੈਂਟਰ ਸਿੰਘਪੁਰ ਇਸ ਨੂੰ ਲਿਜਾਇਆ ਗਿਆ। ਉੱਥੋਂ ਫਿਰ ਇਸ ਨੂੰ ਰੈਫਰ ਕਰ ਦਿੱਤਾ ਗਿਆ ਰੂਪਨਗਰ ਹਸਪਤਾਲ। ਕਿਸੇ ਨੂੰ ਪਤਾ ਨਹੀਂ, ਕੁਝ ਪੱਤਰਕਾਰ ਸਾਥੀਆਂ ਨੇ, ਹੋਰ ਸੱਜਣਾ ਨੇ ਜਿੰਨੀ ਮਦਦ ਬਣ ਸਕਦੀ ਸੀ ਆਲੇ ਦੁਆਲੇ ਦੇ ਬੈੱਡ ਵਾਲੇ ਲੋਕਾਂ ਨੇ ਕੀਤੀ। ਕੋਈ ਪਾਣੀ ਪਿਲਾਉਣ ਵਾਲਾ ਨਹੀਂ ਸੀਗਾ, ਕੋਈ ਰਿਸ਼ਤੇਦਾਰ। ਕਈ ਪੱਤਰਕਾਰਾਂ ਨੇ ਫੋਨ ਕੀਤੇ, ਕਈ ਸਮਾਜ ਸੇਵੀਆਂ ਨੇ ਫੋਨ ਕੀਤੇ ਕਿ ਤੁਹਾਡਾ ਭਾਈ, ਤੁਹਾਡਾ ਰਿਸ਼ਤੇਦਾਰ ਇੱਥੇ ਪਿਆ ਹੈ, ਤਾਂ ਜਵਾਬ ਮਿਲਿਆ ਸਾਡਾ ਕੋਈ ਕੁਝ ਨਹੀਂ ਲੱਗਦਾ, ਅਸੀਂ ਕੁਝ ਨਹੀਂ ਕਰ ਸਕਦੇ। ਹਾਲਾਤ ਇਹ ਬਣੇ ਜਿੱਥੇ ਕੋਈ ਨਹੀਂ ਸਹਾਇ ਹੋਇਆ। ਬੇਸ਼ੱਕ ਕਿੱਦਾਂ ਦੇ ਵੀ ਹਾਲਾਤ ਹੈ, ਜਿੰਦਾ ਜੀ ਬੇਸਹਾਰਾ ਆਸ਼ਰਮ ਸਹਾਈ ਹੋਇਆ। ਸੋ ਥੋੜ੍ਹੀ ਬਹੁਤ ਗੱਲ ਇਹਨਾਂ ਨਾਲ ਕਰਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਇੱਦਾਂ ਦੇ 1 2 3 ਨਹੀਂ 80 ਤੋਂ ਵੱਧ ਜਿਹੜੇ ਹੈ ਲੋੜਵੰਦ ਲੋਕ ਇਸ ਆਸ਼ਰਮ ਦੇ ਵਿੱਚ ਆਪਣੀ ਜ਼ਿੰਦਗੀ ਦੇ ਬਚੇ ਦਿਨ ਕੱਟ ਰਹੇ ਨੇ। ਹੁਣ ਇਹ ਟੋਕਰੇ ਬਣਾਉਣ ਵਾਲਾ ਨੌਜਵਾਨ ਉੱਠ ਖੜਾ ਹੋ ਪਾਏਗਾ ਜ਼ਿੰਦਗੀ 'ਚ ਜਾਂ ਨਹੀਂ, ਖੈਰ ਆਪਣੇ ਆਪ 'ਚ ਸਵਾਲ ਹੈ। ਪਰ ਨਾਲ ਕਿਸ ਤਰ੍ਹਾਂ ਤੂੰ ਚੰਗਾ ਭਲਾ ਕੰਮ ਕਰਦਾ ਫਿਰ ਇੱਦਾਂ ਹੀ ਰਹਿ ਗਿਆ, ਕੀ ਕਹਿਣਾ ਚਾਹੁੰਦਾ? ਬਾਬਾ ਜੀ ਮੈਂ ਇਹ ਬਸ ਰਾਤ ਨੂੰ ਗਿਆ ਮੈਂ ਪਿਆ ਹੀ ਰਹਿ ਗਿਆ। ਅੱਛਾ, ਕਿਆ ਲੱਗਦਾ ਪੈਰਾਲਾਈਜ਼ ਹੋ ਗਿਆ ਜਾਂ ਅਟਕਿਆ ਹੋ ਗਿਆ? ਇਹ ਨਹੀਂ ਮੈਨੂੰ ਪਤਾ ਲੱਗਿਆ ਵੀ ਟੈਲ ਲਈ ਹੋਇਆ ਕਿਆ ਹੋਇਆ, ਮੈਨੂੰ ਇਹ ਨਹੀਂ ਪਤਾ। ਅੱਛਾ, ਪਿਆ ਰਹਿ ਗਿਆ। ਹਾਂਜੀ। ਤੇਰਾ ਕੋਈ ਭਾਈ ਭੈਣ ਰਿਸ਼ਤੇਦਾਰ ਤੇਰੇ ਬਹੁਤ ਹੈ, ਕੋਈ ਤੇਰੀ ਮਦਦ ਨੂੰ ਅੱਗੇ ਨਹੀਂ ਆ ਰਿਹਾ? ਹਾਂਜੀ। ਕੀ ਕਹਿਣਾ ਚਾਹੁੰਦਾ ਹੈ? ਮੇਰੇ ਭਾਈ 2 ਹੈ, ਹੂੰ ਮੇਰਾ ਕੋਈ ਸਹਾਰਾ ਨਹੀਂ ਦਿੰਦੇ। ਹੂੰ ਇੱਕ ਮੇਰਾ ਭਤੀਜਾ, ਉਸਨੇ ਮੇਰੇ ਨੂੰ ਦੋ ਮਾਲੇ ਗੈਮ ਜਗ੍ਹਾ ਲਿਖਾ ਕੇ ਮੈਨੂੰ ਧੱਕਾ ਮਾਰ ਕੇ ਬਾਹਰ ਕੱਢਿਆ। ਮੈਨੂੰ ਕਹਿੰਦੇ ਵੀ ਤੇਰੀ ਰੋਟੀ ਪਾਣੀ ਕਰਾਂਗੇ, ਕੁਛ ਕਰਾਂਗੇ। ਉਹਨਾਂ ਨੇ ਮੈਨੂੰ ਕੱਢਿਆ, ਕੱਢ ਕੇ ਮੈਨੂੰ ਬਾਹਰ ਮਾਰਿਆ। ਫਿਰ ਮੈਂ ਕਾਰਵਾਈ ਵੀ ਕੀਤੀ। ਇੱਕ ਕਸ਼ਮੀਰੀ ਹੈ। ਚਲੋ ਅਸੀਂ ਜ਼ਿਆਦਾ ਨਾਮਾਂ ਦੇ ਚੱਕਰ ਨਹੀਂ ਪੈਣਾ। ਕਹਿਣ ਦਾ ਮਤਲਬ ਹੈ ਕੋਈ ਵੀ ਤੁਹਾਡੇ ਸਹਾਈ ਨਹੀਂ ਹੋਇਆ ਤੁਹਾਨੂੰ? ਹਾਂਜੀ ਹਾਂਜੀ। ਕੋਈ ਵੀ ਸਹਾਈ ਨਹੀਂ ਹੋ ਰਿਹਾ? ਹਾਂਜੀ ਹਾਂਜੀ। ਕੋਈ ਇਲਾਜ ਨਹੀਂ ਕਰਵਾ ਰਿਹਾ? ਕੋਈ ਇਲਾਜ ਨਹੀਂ 2.5 ਕਿੱਲੇ ਜ਼ਮੀਨ ਸੀਗੀ, ਕਿੱਥੇ ਗਈ? ਉਹ ਲੋਕਾਂ ਨੇ ਲੁੱਟ ਲਿਆ ਮੈਨੂੰ। ਕਿੱਦਾਂ ਲੁੱਟ ਲਿਆ? ਉਹ ਤਾਂ ਕਹਿੰਦੇ ਅਸੀਂ ਰਜਿਸਟਰੀਆਂ ਕਰਾਈਆਂ। ਰਜਿਸਟਰੀਆਂ ਸਾਈਨ ਕਰਾ ਲੈਂਦੇ, ਰਜਿਸਟਰੀਆਂ ਕਰਾ ਕੇ ਜੀ ਬਸ ਮੈਨੂੰ ਕੱਢ ਦਿੰਦੇ। ਇਹ ਹਾਲਾਤ ਹੈ। 1 2 3 ਨਹੀਂ 80 ਮਾਮਲੇ ਨੇ। ਹੋ ਸਕਦਾ ਇੱਦਾਂ ਦੇ ਹੋਰ ਵੀ ਬਹੁਤ ਕੇਸ ਹੋਣ। ਮੈਂ ਤੁਹਾਨੂੰ ਸਾਰੇ ਹਾਲਾਤ ਦਿਖਾਉਂਦਾ। ਬੜੇ ਮਿਆਮਰਿਕ ਤਸਵੀਰਾਂ ਨੇ, ਤੁਹਾਨੂੰ ਅੱਗੇ ਲੈ ਕੇ ਚੱਲਦਾ। ਰਿਪੋਰਟ ਜਾਰੀ ਹੈ। ਸੋ ਖੈਰ ਤੁਸੀਂ ਖੁਦ ਸਾਰੀਆਂ ਤਸਵੀਰਾਂ ਦੇਖ ਰਹੇ ਹੋ ਕਿ ਕੀ ਹਾਲਾਤ ਹੈ। ਕਿਸੇ ਦੇ ਮਾਂ ਬਾਪ ਦੇ ਪੁੱਤ ਨੇ, ਕਿਸੇ ਦੇ ਭੈਣ ਨੇ, ਕਿਸੇ ਦੇ ਭਰਾ ਨੇ, ਪਰ ਜਦੋਂ ਵਕਤ ਦੀ ਮਾਰ ਪੈਂਦੀ ਹੈ ਤੇ ਆਪਣੇ ਪਰਾਏ ਵੀ ਹੋ ਜਾਂਦੇ ਆ। ਕਈ ਤਾਂ ਖੈਰ ਹੈ ਵੀ ਬੇਸਹਾਰਾ ਨੇ, ਕਈਆਂ ਨੂੰ ਬੇਸਹਾਰਾ ਦਾ ਟੈਗ ਲਗਾ ਕੇ ਛੱਡ ਦਿੱਤਾ ਜਾਂਦਾ ਹੈ। ਪਰ ਉਸ ਘੜੀ ਵਿੱਚ ਵੀ ਜਿੰਦਾ ਜੀ ਬੇਸਹਾਰਾ ਆਸ਼ਰਮ ਜਿੰਨੀ ਕੁ ਬਣਦੀ ਸਰਦੀ ਹੈ ਸੇਵਾ ਕਰ ਰਹੇ ਆ। ਸੋ ਸਿੰਘ ਸਾਹਿਬ ਅਸੀਂ ਦੇਖ ਰਹੇ ਸੀਗੇ ਪਾਠ ਕਰ ਰਹੇ ਨੇ। ਮਾੜਾ ਸਮਾਂ ਬੰਦੇ ਉੱਤੇ ਆ ਜਾਂਦਾ ਹੈ, ਪਰ ਆਪਣਾ ਜੋ ਨਿਤਨੇਮ ਹੈ ਮਹਾਰਾਜ ਨੂੰ ਯਾਦ ਕਰਦੇ ਆ। ਬਾਬਾ ਜੀ ਕਿੱਥੋਂ? ਬਾਬਾ ਜੀ ਤੁਸੀਂ ਕੀ ਨਾਮ ਹੈ, ਕਿੱਥੋਂ ਰਹਿਣ ਵਾਲੇ? ਬਠਿੰਡਾ ਸ਼ਹਿਰ ਜੀ। ਤੇਜਵੀਰ ਸਿੰਘ ਸਾਡੇ ਭਰਾ ਨੇ ਸਾਡਾ ਦੁੱਖਾ ਕਰ ਲਿਆ ਸੀਗਾ। ਅੱਛਾ ਜਗ੍ਹਾ ਦਾ। ਅੱਛਾ ਉਹ ਤੁਸੀਂ ਇੱਥੇ ਸਾਨੂੰ ਸਾਲ ਹੋ ਗਿਆ। ਅੱਛਾ ਅਸੀਂ ਸੱਚੀ ਬਾਤ ਕਹਾਂਗੇ, ਜੋ ਇੱਥੋਂ ਦੇ ਮਾਲਕ ਹੈ ਆਸ਼ਰਮ ਦੇ ਸਰਦਾਰ ਜੀ, ਸਾਡੀ ਮਾਂ ਜੀ, ਸਾਡੇ ਮਾਂ ਬਾਪ ਕੀ ਜਿਵੇਂ ਸੱਕੇ ਮਾਂ ਬਾਪ ਉਹ ਮਾਂ ਬਾਪ ਤਸਵੀਰਾਂ ਦੇਖਿਆ ਮੈਂ, ਖੁਦ ਸੇਵਾ ਕਰ ਰਹੇ ਲੋਕਾਂ ਦੀ।
ਕਿਸੇ ਵੀ ਵਾਲੀ ਕਮੀ ਨਹੀਂ ਹੈ। ਅੱਛਾ ਜਿਵੇਂ ਸਮੇਂ ਮਾਂ ਬਾਪ ਹੁੰਦੇ ਨਹੀਂ ਭੈਣ ਭਰਾ, ਉਸ ਦਿਨ ਤੋਂ ਰੋਟੀ ਪਾਣੀ ਸਭ ਇਹੀ ਕਰ ਰਹੇ ਨੇ, ਕਿਸੇ ਹਾਂਜੀ ਕਿਸੇ ਵੀ ਗੱਲ ਦੀ ਕੋਈ ਚਿੰਤਾ ਨਹੀਂ ਹੈ ਸਾਨੂੰ। ਚੱਲਣ ਤੋਂ ਆਵਾਜ਼ਾਰ ਹੋ। ਹਾਂ ਲੱਤ ਨਹੀਂ ਹੈ। ਅੱਛਾ ਇਹ ਫਿਰ ਮਸ਼ੀਨ ਤੁਹਾਨੂੰ ਇਹ ਆਸ਼ਰਮ ਨੇ ਦਿੱਤੀ ਹੈ ਜਦੋਂ ਚੱਲਣੇ ਵਾਲੀ? ਹਾਂਜੀ ਇੱਥੇ ਕੋਈ ਦਾਨ ਵੀ ਆਇਆ ਸੀ, ਉਹ ਦੇ ਗਏ ਸੀਗੇ। ਦਾਨ ਕਰਕੇ। ਹਾਂਜੀ ਸੋ ਇਦਾਂ ਦੇ ਹਾਲਾਤ ਹੈ, ਤਸਵੀਰਾਂ ਹੈ। ਕੁਝ ਮੰਦਬੁੱਧੀ ਨੇ, ਕੁਝ ਵਕਤ ਦੇ ਮਾਰੇ ਨੇ, ਪਰ ਸਾਰੇ ਹੀ ਉਸ ਵਾਹਿਗੁਰੂ ਸਤਿਗੁਰ ਦੇ, ਉਸ ਮਾਲਕ ਦੇ, ਉਸ ਈਸ਼ਵਰ ਦੇ ਪਿਆਰੇ ਨੇ। ਤੁਹਾਡੇ ਸਾਹਮਣੇ ਇਹ ਤਸਵੀਰਾਂ, ਸੁੱਝ ਬੁੱਝ ਵੀ ਨਹੀਂ ਹੈ, ਕਈਆਂ ਨੂੰ ਦਿੱਕਤ ਹੈ। ਕਿੱਥੋਂ ਆਏ ਹੋ, ਕਹਾਂ ਸੇ ਰਹਿਣੇ वाले हो? हम गांव के गाँव के? कौन सा गाँव पतागढ़ में है? पतागढ़ में पतगल में? हाँ कब से हो यहाँ पे? मैं अभी यही रहूँ। अभी आए? हाँ खाने को मिलता है हाँ रोटी? वो तो चाय मिलता है। चाय मिलता है? हाँ अच्छा, और खुश हो? हाँ खुश ही रहते। ये माँ है, माँ ये माँ है। अच्छा माँ है। माँ को क्या हुआ? माँ लेती है, सोई है। हुई है? हाँ खाना देते हैं? हाँ अच्छा, चाहिए, सब ठीक है? सब ठीक है। अच्छा लग रहा है जहाँ? हाँ अच्छा लगता है। तो माँ और तुम हो, बाकी भाई कहाँ है तुम्हारे? पापा भाई वहाँ है गाँव में। गाँव में? हाँ क्यों छोड़ दिया तुमको? छोड़ दिए, शादी करके छोड़ दिए। अच्छा तुम्हारी शादी हुई थी? हाँ मैं शादी हो गई थी मेरी। अच्छा, हाँ शादी के बाद तुम्हारे घर वाले ने छोड़ दिया? हाँ घर छोड़ दिए, घर छोड़ दिए घर छोड़ दिए? क्यों छोड़ा? ऐसी ऐसे छोड़ दिए। अच्छा बच्चे चल पड़ कर पता कर चल गए, पता कर चले गए। हाँ, तो घर से निकाल दिए, घर से निकाल दिए, घर से निकाल दिए। घर से निकाल दिया? हाँ घर से निकाल दिए। कितनी देर हो गई? ये आज ही यहीं पर हूँ मैं। ये तेरी बात है, यहीं पर है। तो रो क्यों रहे हो? रोते हाँ, आंखों में आंसू। अब यही पढ़ने पता है भाई। अब यहाँ पापा है नहीं, पापा नहीं, मम्मी नहीं है, भाई भी नहीं है, हाँ, हम अकेले हैं बस। बस। बस तो ये सरदार जी है तुम्हारे पापा मम्मी अब यही है? हाँ मम्मी पापा है बस। अच्छा, मम्मी है, भाई है। वो भाई कहाँ है? भाई अभी आएगा ना, आएगा कल। ਤੁਸੀਂ ਜ਼ਰੂਰ ਆਇਓ ਮੇਰੇ ਪਾਸ 1 ਮਿੰਟ ਲਈ। ਕਦੋਂ ਤੇ ਉਹ ਇੱਥੇ? ਮੈਨੂੰ ਤਾਂ ਇਦਾਂ ਲੱਗਦਾ ਜਿੱਦਾਂ ਵਿਚਾਰੇ ਆਪਣੀ ਸੁੱਧ ਬੁੱਧ ਵੀ ਖੋ ਗਏ ਦਿਮਾਗੀ ਤੌਰ ਤੇ। ਕਦੋਂ ਦੇ ਇੱਥੇ ਨੇ? ਇਹਨੂੰ ਸਾਲ ਸੇ ਉੱਪਰ ਹੋ ਗਿਆ ਜੀ। ਹਸਪਤਾਲ 'ਚੋਂ ਅਸੀਂ ਫੜ ਕੇ ਲਿਆਏ ਸੀ ਇਹਨੂੰ। ਕਿੱਥੋਂ ਲਿਆਏ ਸੀਗੇ? ਹਸਪਤਾਲ 'ਚੋਂ ਮੈਂ MBM ਹਸਪੀਟਲ ਤੋਂ ਹਸਪੀਟਲ ਤੋਂ ਲਿਆਏ ਸੀ ਇਹਨੂੰ। ਅੱਛਾ, ਇਹਦੇ ਕਰਕੇ ਐਕਸੀਡੈਂਟ ਹੋਇਆ ਹੋਇਆ ਸੀ ਤੇ ਉਹਨੂੰ ਚੱਕ ਕੇ ਲਿਆ ਹਸਪਤਾਲ ਦਾਖਲ ਕੀਤਾ ਸਾਨੂੰ। ਅਸੀਂ ਬੁਲਾਇਆ, ਸਾਨੂੰ ਅਸੀਂ ਐਂਬੂਲੈਂਸ ਗਏ, ਲੈ ਕੇ ਗਏ ਬਾਊ ਜੀ ਤੇ ਮੈਂ, ਉੱਥੋਂ ਲਿਆਏ ਸੀ ਇਹਨੂੰ ਰਾਤੀ। ਇਹਨੂੰ ਸਾਲ ਤੇ 1.5 ਸਾਲ ਹੋ ਗਿਆ ਕਮ ਸੇ ਕਮ। रोना नहीं है? है खाना मिलता है? हाँ ਰੋਣਾ ਨਹੀਂ ਹੈ। ਸੋ ਮੈਂ ਹੁਣ ਸ਼ਬਦਾਂ ਵਿੱਚ ਕੀ ਕਹਾਂ, ਤੁਸੀਂ ਦੇਖ ਸਕਦੇ ਹੋ। ਕੋਈ ਕਿਸੇ ਨੂੰ ਕਿਸੇ ਦਾ ਭਾਈ ਧੋਖਾ ਦੇ ਗਿਆ, ਕਿਸੇ ਦਾ ਪਿਓ ਧੋਖਾ ਦੇ ਗਿਆ। ਉਹਦੇ ਬੱਚੇ ਛੋਟੇ ਛੋਟੇ ਹੈ, ਬੱਚੇ ਛੋਟੇ ਛੋਟੇ ਹੈ, बोली जा रही है, मंदबुद्धि हो गई है। कहाँ से आए हो? तो यही से वो सिस्टम खाना देते हैं सरदार जी? खाना घाव गया है इसलिए नहीं खाते। पानी पूनी पीते हो या नहीं क्या हुआ तुम्हारे साथ? कुछ नहीं, बिल्कुल कुछ नहीं, लेट के लिपट के सो जाएंगे। ਇਹ ਦਿਮਾਗੀ ਤੌਰ ਤੇ ਤੁਸੀਂ ਦੇਖ ਸਕਦੇ ਹੋ। ਖੈਰ ਹੁਣ ਮੇਰੇ ਕੋਲ ਸ਼ਬਦ ਨਹੀਂ ਹੈ। ਇਹ ਵੀ ਦਿਮਾਗੀ ਤੌਰ ਤੇ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨਹੀਂ ਸੰਭਾਲਦੇ ਆ ਇਸ ਹਾਲਾਤ ਵਿੱਚ। ਦੁਨੀਆ ਦਾ ਹਾਲ ਦੇਖ ਲਓ ਤੁਸੀਂ। ਖੂਨ ਦੇ ਰਿਸ਼ਤੇ ਪਤਲੇ ਹੋ ਗਏ ਨੇ। ਅੰਮਾਂ ਦੇ ਜਾਏ, ਇੱਕ ਢਿੱਡ ਦੇ ਜਾਏ, ਜੋ ਭਰਾ ਵੀ ਨੇ ਜਾਂ ਹੋਰ ਵੀ ਨੇ ਪਰਿਵਾਰਾਂ ਦੇ ਮੈਂਬਰ ਹੱਥ ਖੜੇ ਕਰ ਦਿੰਦੇ ਨੇ। ਇਹ ਕਿੱਦਾਂ ਸਾਂਭ ਰਹੇ ਨੇ? ਸਵਾਲ ਇਹ ਵੱਡਾ ਹੋ ਰਿਹਾ ਹੈ ਕਿ ਇਹ ਕਿੱਦਾਂ ਸਾਂਭ ਰਹੇ ਨੇ? 80 ਲੋਕਾਂ ਨੂੰ ਸਾਂਭ ਰਹੇ ਨੇ। ਤੁਹਾਡੇ ਪਰਿਵਾਰ ਦੇ ਜੀ ਨਹੀਂ ਸਾਂਭੇ ਜਾ ਰਹੇ ਨੇ। ਸੋ ਇਹ ਮਾਨਵਤਾ ਦੀ ਸੇਵਾ ਦੀਆਂ ਤਸਵੀਰਾਂ ਹੈ। ਸੋ ਇਹ ਵੀ ਬਜ਼ੁਰਗ ਬੀਬੀ ਹੈ। मेरे को शब्द नहीं है। सत श्री अकाल। हाँ दोबारा, व्हाट इज योर नेम? माय नेम कुसुम। अरे वाह, आपको तो इंग्लिश आती है। हाँ जी। कहाँ से रहने वाले हो? आनंदपुर साहब के। अच्छा, मायके है वहाँ पर। अच्छा मायके। हाँ जी। कब से रह रहे हो जहाँ? यहाँ 5 साल हो गए हैं। 5 साल? हाँ जी। तो सरदार जी खाना वाना देते हैं? हम बनाते खुद फिर खाते हैं। अच्छा, बना भी लेते हाँ हैं? हाँ। जो बाकी बीमार है उनकी देख रेख भी करते हो? ये मेरे भैया कराते हैं साथ में। अच्छा, आपके भैया हाँ हैं? हाँ हाँ। ठीक है। मेरे ब्रदर मर गए ना, उनकी डेथ होगी। अच्छा, कोई नहीं आपका? ब्रिजमान दीवान। हाँ जी, कचहरियों में ना वो काम करते मेरे ब्रदर सी। ਸੋ ਕਈ ਚਲੋ ਇਹ ਇਦਾਂ ਦੇ ਜੋ ਕੇਸ ਹੈ, ਕਿਸੇ ਦੇ ਡੈਥ ਹੋ ਜਾਂਦੀ ਹੈ, ਉਹ ਤਾਂ ਅਸੀਂ ਮੰਨਦੇ ਹਾਂ ਕਿ ਉਹਨਾਂ ਦੇ ਪਰਿਵਾਰਾਂ ਨੂੰ
ससुराल वाले हाँ जी ਛੱਡ ਗਏ गढ़ शंकर चुंगिया ਛੱਡ ਗਏ हाँ जी ਕਿਉਂ ਛੱਡਤਾ वो कह रहे हैं ना मेंटल तौर पे छोड़ गए ਪਰ ਇੱਥੇ ਤਾਂ ਤੁਸੀਂ ਅੰਗਰੇਜ਼ੀ ਨਾਮ ਦੱਸ ਰਹੇ ਹੋ ਮਾਈ ਨੇਮ ਇਜ਼ ਕੁਸਮ हाँ नहीं है तो सही हूँ काम करती हूँ सारा कितना पढ़े ऐसी हो? बात नहीं मैं 10वीं करी हूँ अच्छा हाँ फिर जी। भी माई नेम इज कुसुम हाँ जी आती है इंग्लिश हाँ जी वेरी गुड देखो इसमें हैंड राइटिंग मेरी है ये हाँ वेरी गुड श्रीमद् भागवत गीता हैंड राइटिंग भी दिखा रहे हो हाँ लिखा हुआ है यहाँ लिखा है सुबह मैंने लिख के रखा है भुल गए ने किते ਕੱਢ ਰਹੇ ਨੇ ਇਹ ਤਸਵੀਰਾਂ ਸ਼ਾਇਦ ਜੋ ਸੁੱਖ ਇਹਨਾਂ ਨੂੰ ਸੇਵਾ ਕਰਕੇ ਖੈਰ ਇਹਨਾਂ ਨੂੰ ਮਿਲਦਾ ਹੋਣਾ ਇਹੀ ਜਾਣੇ ਜਾਂ ਉੱਪਰ ਵਾਲਾ परमात्मा जाने और कुछ नहीं ऐसी हाँ जी कथा पढ़ते हो हाँ आती है हाँ भागवत हाँ पढ़नी गर्व गीता है ये भगवान की गर्व गीता है जब कोई मरता है ना वो गीता पढ़ता है ये वाली हाँ तो भगवान ने तो कहा था कि एको हम अनेको हम जैसे हम है वैसे ही सभी है और सब एक रूप है पुरानी को है ये देखो ऐसा इसमें भी लिखा हुआ है फिर भी छोड़ दिया हाँ नहीं हाँ वो तो सास ने मेरे को छोड़ दिया जहाँ पे बच्चे कितने हैं कोई भी नहीं बच्चा बच्चा नहीं बच्चे के कारण छोड़ा हुआ भगवान पे विश्वास है अभी भी हाँ हाँ मेरा पति ने बच्चा ऐसा ही है जैसे दिखड़े है भैया अच्छा और देखो अब तक 20 दिन हुए हैं को जहाँ के वहीं छोड़ के भाग गया वो ਨਿਸ਼ਬਦ ਮੇਰੇ ਪਾਸ ਸ਼ਬਦ ਨਹੀਂ ਹੈ ਭਾਈ ਸਾਹਿਬ ਨਾਲ ਵੀ ਗੱਲ ਕਰਾਂਗੇ ਜੇ ਮੈਂ ਹੁਣ ਇੱਕ ਇੱਕ ਨਾਲ ਗੱਲ ਕਰਾਉਣ ਲੱਗਿਆ ਤਾਂ 80 ਬੈਠੇ ਨੇ ਤੁਸੀਂ ਦੇਖੋ ਵੀ ਇਸ ਹਾਲਾਤਾਂ ਦੇ ਵਿੱਚ ਵੀ ਥੋੜੀ ਖੁਸ਼ੀ ਮਨਾ ਲੈਂਦੇ ਆ ਥੋੜੇ ਗੱਲ ਕਰਦੇ ਕਰਦੇ ਅੱਖਾਂ 'ਚ ਹੰਝੂ ਆ ਜਾਂਦੇ ਆ ਫਿਰ ਤਾਲੀ ਵਜਾ ਦਿੰਦੇ ਆ ਕਿ ਅਸੀਂ ਖੁਸ਼ ਹਾਂ ਸਾਨੂੰ ਸਭ ਕੁਝ ਮਿਲ ਰਿਹਾ ਭਾਈ ਸਾਹਿਬ ਤੁਸੀਂ ਜ਼ਰੂਰ ਆਓ ਅਸ਼ੋਕ ਸਚਦੇਵਾ ਮੈਂ ਤੁਹਾਨੂੰ ਅਜੇ ਨੂੰ ਕਹੂੰਗਾ ਤਸਵੀਰਾਂ ਦਿਖਾ ਸਕਦੇ ਨੇ ਇਹ ਸਰਦਾਰ ਜੀ ਨੇ ਜੋ ਇਹ ਚਲਾ ਰਹੇ ਨੇ ਪਰ ਉਹਨਾਂ ਦੇ ਸੱਟ ਲੱਗੀ ਆ ਖੈਰ ਇੱਥੇ ਹੈ ਨਹੀਂ ਕਈ ਤਰ੍ਹਾਂ ਦੇ ਕਈ ਵਾਰ ਸਵਾਲ ਵੀ ਉੱਠ ਜਾਂਦੇ ਇਹਨਾਂ ਤੇ ਪਰ ਤੁਹਾਡੇ ਸਾਹਮਣੇ ਤਸਵੀਰਾਂ ਕਹਾਂ ਸੇ ਹੋ सिक्की टायरा पर हैं सिक्की टायरा पर अच्छा कब के हो यहाँ पे हटना टच पर तारा खाना देते हैं सरदार जी सदा जी देते हैं देते ठीक हो टीको भाई कहाँ है माँ कहाँ है पिता कहाँ है बम्बई बॉम्बे इतनी दूर से कहाँ से आ गए पास गुट्टा रामनगर अब्बानगर ਸੋ ਮਾਨਸਿਕ ਸੰਤੁਲਨ ਲਗਭਗ ਵਕਤ ਦੇ ਮਾਰੇ ਨੇ ਪਰ ਕੋਈ ਤਾਂ ਬਣੇ ਸਹਾਰੇ ਨੇ ਸੋ ਭਾਈ ਸਾਹਿਬ ਤੁਹਾਡਾ ਨਾਮ ਕੀ ਹੈ ਬੰਟੀ ਨਾਮ ਹੈ ਬੰਟੀ ਜੀ ਬੰਟੀ ਜੀ ਸਵੇਰੇ ਮੈਂ ਦੇਖ ਰਿਹਾ ਸੀ ਉਧਰ ਤੁਸੀਂ ਮਲ ਮੂਤਰ ਵੀ ਚੱਕਿਆ ਤੇ ਉਹ ਡਿਸਟਰੋਏ ਵੀ ਕਰ ਰਹੇ ਸੀ ਕੱਪੜਿਆਂ ਨੂੰ 80 ਬੰਦਿਆਂ ਦੀ ਜ਼ਿੰਮੇਵਾਰੀ ਹੈ ਸਰਦਾਰ ਜੀ ਦੇ ਸੱਟ ਲੱਗੀ ਹੈ ਕਿਸ ਤਰ੍ਹਾਂ ਚੱਲ ਰਿਹਾ ਹੈ ਕਿੱਦਾਂ ਦੇ ਹਾਲਾਤ ਦੇਖਦੇ ਹੋ ਕਈਆਂ ਦੇ ਪਰਿਵਾਰਾਂ ਦੇ ਜੀ ਜਿਉਂਦੇ ਆ ਪਰ ਲੁਕ ਜਾਂਦੇ ਆ ਕਿ ਬੇਸਹਾਰਾ ਕਰਕੇ ਛੱਡ ਜਾਂਦੇ ਕੀ ਆਉਂਦੇ ਨਹੀਂ ਜੀ ਆਉਂਦੇ ਤਾਂ ਇੱਥੇ ਪਹੁੰਚਦੇ ਨਹੀਂ ਹੈਗੇ ਪਹਿਲੇ ਛੱਤ ਝੂਠ ਬੋਲ ਕੇ ਛੱਡ ਜਾਂਦੇ ਫਿਰ ਆਉਂਦੇ ਨਹੀਂ ਹੈ ਆ ਫਿਰ ਦੁਬਾਰਾ ਨਹੀਂ ਆਉਂਦੇ ਹੈਗੇ ਇੱਕ ਵਾਰ ਛੱਡ ਜਾਣਾ ਉਹਨਾਂ ਨੇ ਵੀ ਦੁਬਾਰਾ ਆਣਾ ਨਹੀਂ ਹੈਗਾ ਮੁੜ ਕੇ ਦੇਖਣ ਵਾਸਤੇ ਆਣਾ ਬਸ ਦੇਖਣ ਆ ਜਾਣ ਉਹ ਸਾਡੀ ਮਾਤਾ ਜੀ ਬੈਠੀ ਉਹਨਾਂ ਦੇਖੋ ਛੱਡ ਕੇ ਗਏ ਨੇ ਉਹਦੀ ਕੁੜੀ ਉਹਦੀ ਭੈਣ ਦੀ ਕੁੜੀ ਛੱਡ ਕੇ ਗਈ ਹੈ ਉਹਨਾਂ ਨੂੰ ਉਹਦੀ ਪੈਨਸ਼ਨ ਵੀ ਲੱਗੀ ਹੋਈ ਹੈ 12000 ਰੁਪਈਆ ਉਹ ਤੇਰੀ ਤੇ ਉਹ ਵੀ ਖਾ ਗਈ ਲੁੱਟ ਕੇ ਉਹਨੂੰ ਅੱਛਾ ਪੈਨਸ਼ਨ ਹਾਂ ਆਦਮਗੜ੍ਹ ਦੀ ਹੈਗੀ ਜੀ ਆਦਮਗੜ੍ਹ ਦੀ ਦਿਖਾਓਗੇ ਜਰਾ ਮੈਨੂੰ ਸੋ ਇਹ ਹਾਲਾਤ ਹੈ ਮੇਰੇ ਕੋਲ ਸ਼ਬਦ ਘੱਟ ਹੈ ਤੁਸੀਂ ਖੁਦ ਸਮਝ ਸਕਦੇ ਹੋ ਵੀਡੀਓ ਦੇਖ ਰਹੇ ਹੋ ਮਾਤਾ ਕਿੱਥੋਂ ਆਏ ਹੋ ਕਦੋਂ ਦੇ ਆਏ ਹੋ ਕੀ ਨਾਮ ਹੈ मेरा नाम नीलू देवी है ਅੱਛਾ ਕਿੱਥੇ ਦੇ ਰਹਿਣੇ ਵਾਲੇ ਹੋ ਅਸੀਂ ਜੋਲਦੇ ਆ ਜੋਲਦੇ ਹਾਂ ਸਾਰਾ ਪਰਿਵਾਰ ਸਾਡਾ ਉੱਥੇ ਹੀ ਆ ਕਿਉਂ ਛੱਡ ਦਿੱਤਾ ਤੁਹਾਨੂੰ ਆਸ਼ਰਮ 'ਚ ਜੇ ਪਰਿਵਾਰ ਹੈ ਮੇਰਾ ਕਿਸੇ ਨੇ ਨਹੀਂ ਛੱਡਿਆ ਮੈਂ ਦਵਾਈ ਮਿਲ ਚੋਟ ਲੱਗੇ ਸੀ ਨਾ ਘਰੇ ਗਿਰ ਗਈ ਸੀ ਚੱਕਰ ਆ ਗਿਆ ਸਿਰ 'ਚ ਦਰਦ ਹੋ ਗਿਆ ਅੱਛਾ ਫਿਰ ਤੁਹਾਡੀ ਸੇਵਾ ਕਰਨੀ ਚਾਹੀਦੀ ਸੀ ਉਹਨਾਂ ਨੂੰ ਘਰੇ ਕਿ ਫਿਰ ਇੱਥੇ ਕਿਉਂ ਲਿਆਏ ਇੱਥੇ ਮੇਰੀ ਭੈਣ ਦੇ ਕੋਲ ਮੈਂ ਦਵਾਈ ਲੈਣ ਗਈ ਨਾ ਮੇਰੀ ਕੁੜੀ ਨੇ ਬੋਲੇ ਮੈਂ ਕੁੜੀ ਕੋ रहती थी ਸੂਏ ਉਹ ਕਹਿੰਦੀ ਮੰਮੀ ਥੋੜੀ ਜਿਹੀ ਲੈ ਆ ਦਵਾਈ ਫਿਰ ਆਪਾਂ ਚੈੱਕ ਆਫ ਕਰਾ ਲਿਆਵਾਂਗੇ ਫਿਰ ਉਹ ਜਿਹੜੀ ਦਵਾਈ ਦੇਣਗੇ ਉਹ ਹੀ ਚੱਲੂਗੀ ਨਾਲੇ ਥੋੜੀ ਚੈੱਕ ਆਫ ਕਰਾ ਲਿਆਂਗੇ ਹੱਡੀ ਜੇ ਬਾਹਰ ਨਿਕਲੇ ਇਹ ਮੁੜ ਗਈ ਇੱਧਰ ਨੂੰ ਫਿਰ ਤੇ ਉਹਨੇ ਕੀ ਕੀਤਾ ਉੱਥੇ ਮੈਨੂੰ ਕੀ ਪਤਾ ਵੀ ਇਹਨੇ ਦਿਲ 'ਚ ਧੋਖਾ ਆ ਮੇਰੀ ਭੈਣ ਦੀ ਲੜਕੀ ਜਿਹੜੀ ਉਹ ਇੱਥੇ ਵਿਆਹੀ ਹੋਈ ਆ ਅੱਛਾ ਤੁਹਾਡੇ ਉਹਨੇ ਦਵਾਈ ਲੈਣ ਦੇ ਬਹਾਨੇ ਤੁਹਾਨੂੰ ਇੱਥੇ ਛੱਡ ਦਿੱਤਾ ਤੇ ਕਹਿੰਦੀ ਆ ਕਿ ਜਲੰਧਰ ਦਿਖਾ ਕੇ ਲਿਆਉਣੀ ਆ ਉੱਥੇ ਬੜਾ ਅੱਛਾ ਡਾਕਟਰ ਹੈ ਮੈਂ ਵੀ ਬੋਲਿਆ ਚਲੋ ਐਡਾ ਵੱਡਾ ਹੌਸਪੀਟਲ ਆ ਕਿਤੇ ਇੰਨੀ ਥੋੜੀ ਹੈਗੀ ਆ ਉਹਦਾ ਮੈਨੂੰ ਵੀ ਪਤਾ ਵੀ ਨਹੀਂ ਜਿੱਥੇ ਆਪਰੇਸ਼ਨ ਕਰਦੇ ਉੱਥੇ ਹੀ ਕਹਿੰਦੇ ਦਿਖਾਓ ਤੁਹਾਨੂੰ ਪੈਨਸ਼ਨ ਲੱਗੀ ਹੈ ਦੱਸ ਰਹੇ 12000 ਰੁਪਏ ਕੀ ਕੰਮ ਕਰਦੇ ਸੀ ਤੁਸੀਂ ਹਾਂਜੀ ਮੇਰੇ ਪਤੀ ਦੀ ਆ ਅੱਛਾ ਹਾਂਜੀ ਉਹ ਹੁਣ ਪੈਨਸ਼ਨ ਤੁਹਾਨੂੰ ਮਿਲਦੀ ਹੈ ਕਿ ਉਹੀ ਖਾ ਰਹੇ ਨੇ ਮੈਨੂੰ ਕੋਈ ਨਹੀਂ ਮਿਲਦੀ ਜੀ
ਏਟੀਐਮ ਕਾਰਡ ਕਿੱਥੇ ਆ ਤੁਹਾਡਾ, ਬੈਂਕ ਦੀ ਕਾਪੀ? ਇਹਨਾਂ ਦੇ ਕੋਲ ਹੀ ਆ, ਪਤਾ ਨਹੀਂ ਦੇ ਗਈ ਹੈ ਇਹਨਾਂ ਨੇ। ਸਾਨੂੰ ਨਹੀਂ ਦੇਗੀ ਕੋਈ ਪੈਸਾ ਵੀ। ਅੱਛਾ ਉਹ ਉਹਨਾਂ ਕੋਲ ਹੀ ਹੈਗਾ ਜੀ ਏਟੀਐਮ, ਸਭ ਕੁਝ ਉਹਨਾਂ ਕੋਲ ਹੈ, ਸਾਨੂੰ ਦੇ ਨਹੀਂ ਗਏ ਕੁਝ ਵੀ। ਅੱਛਾ, ਕੀ ਕਹਿ ਕੇ ਗਏ ਸੀ ਤੁਹਾਨੂੰ? ਬਸ ਸਾਨੂੰ ਉਹ ਬਾਊ ਜੀ ਨੂੰ ਦੱਸ ਕੇ ਗਏ ਸੀ ਗਏ। ਡੀਸੀ ਸਾਹਿਬਾ, ਮੁੱਖ ਮੰਤਰੀ ਸਾਹਿਬ, ਜੇਕਰ ਤੁਸੀਂ ਸੁਣਦੇ ਹੋ ਤਾਂ 12,000 ਰੁਪਏ ਪੈਨਸ਼ਨ ਵਾਲੀ ਬੀਬੀ ਨੂੰ ਧੋਖਾ ਦੇ ਕੇ ਇੱਥੇ ਛੱਡ ਦਿੱਤਾ, ਔਰ ਉਹਦੇ ਕੋਲ ਏਟੀਐਮ ਕਾਰਡ ਵੀ ਨਹੀਂ ਹੈ, ਸੰਭਾਲ ਰਹੀ ਹੈ ਫਿਰ ਵੀ ਜਿੰਦਾ ਜੀ ਬੇਸਹਾਰਾ ਆਸ਼ਰਮ। ਬੀਬੀ ਕੁਝ ਕਹਿਣਾ ਚਾਹੁੰਦੀ ਹੈ। ਸੋ ਇਹ ਬਾਹਰ ਆ ਜਾਣੀ ਚਾਹੀਦੀ ਆ, ਕਾਰਡ ਇਹਦੇ ਹੱਕ ਦੇ ਵਿੱਚ ਆ ਜਾਣਾ ਚਾਹੀਦਾ ਹੈ। ਮੈਂ ਜਾਣਾ ਚਾਹੁੰਦੀ, ਉਹ ਇਹ ਵੀ ਕਹਿੰਦੇ ਵੀ ਚਲੋ ਭੇਜ ਦਿੰਨੇ ਆ। ਤਕਲੀਫ ਮੈਨੂੰ ਬਹੁਤ ਵੱਧ ਗਈ ਹੈ। ਇਹ ਲੱਤ ਮੇਰੀ ਜੁੜਦੀ ਜਾਂਦੀ, ਰਾਤ ਨੂੰ ਇਦਾਂ ਫੜ ਕੇ ਸੌਂਦੀ, ਦਿਨੇ ਵੀ ਇਦਾਂ ਫੜ ਕੇ ਸਾਰੀ ਰਾਤ ਕੁਛ ਲੋਕ ਬੈਠੇ ਰਹਿੰਦੇ ਆ। ਉਹ 12,000 ਰੁਪਏ ਨਾਲ ਤੁਹਾਡਾ ਇਲਾਜ ਹੋ ਸਕਦਾ ਤਾਂ ਹੌਲੀ ਹੌਲੀ ਜੋੜ ਕੇ ਉਹ ਦਿੱਤੇ ਨਹੀਂ ਤੁਹਾਨੂੰ, ਕਦੋਂ ਦੇ ਨਹੀਂ ਮਿਲ ਰਹੇ 12,000? ਮੈਨੂੰ ਇਹ ਹੋ ਗਿਆ ਜੀ ਇੱਥੇ 5 ਕਿੰਨੇ ਮਹੀਨੇ ਹੋ ਗਏ। ਹਾਂਜੀ ਉਸ ਤੋਂ ਪਹਿਲਾਂ ਤੁਹਾਡੀ ਪੈਨਸ਼ਨ ਤੁਹਾਨੂੰ ਮਿਲਦੀ ਸੀਗੀ? ਹਾਂਜੀ ਯਾਨੀ 6-7 ਮਹੀਨੇ ਤੋਂ ਹੁਣ ਮਿਲ ਨਹੀਂ ਰਹੀ। ਹਾਂ, ਆ ਗਈ। ਕਿਆ ਪਤਾ ਤੁਹਾਡੇ ਖਾਤੇ ਜਮ੍ਹਾਂ ਹੋਵੇ, ਪਤਾ ਕਰਿਆ ਤੁਸੀਂ ਬੈਂਕ 'ਚ? ਮੈਂ ਕਿੱਥੋਂ ਕਰਨਾ ਜੀ, ਮੈਂ ਤਾਂ ਇੱਥੇ ਆ। ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਭੇਜ ਦਿਓ, ਮੈਂ ਜਾਣਾ ਚਾਹੁੰਦੀ ਹਾਂ। ਜਾਣਾ ਨੂੰ ਤਾਂ ਇਹ ਭੇਜ ਦੇਣਗੇ, ਕੋਈ ਲੈ ਕੇ ਜਾਣੇ ਵਾਲਾ ਵੀ ਹੋਵੇ ਨਾ ਤੁਹਾਡਾ, ਕੋਈ ਰਿਸ਼ਤੇਦਾਰ ਖੜਦਾ ਉਹ ਤਾਂ ਤੁਹਾਨੂੰ ਧੋਖੇ ਨਾਲ ਇੱਥੇ ਛੱਡ ਗਏ। ਮੇਰੇ ਰਿਸ਼ਤੇਦਾਰਾਂ ਨੂੰ ਕਿਸੇ ਨੇ ਉਦੋਂ ਗੱਲ ਕਰਦਾ ਸੀ ਮੁੰਡਾ, ਤੇ ਉਹ ਕੁੜੀ ਨੇ ਝੱਟ ਉਹਨੂੰ ਟੋਕ ਜਾ ਝੱਟ ਫੜ ਲਿਆ ਫੋਨ, ਉਹਨੂੰ ਗੱਲ ਨਹੀਂ ਕਰਨ ਦਿੱਤੀ। ਸੋ ਮੈਂ ਇਹ ਬੇਨਤੀ ਵੀ ਕਰਾਂਗਾ, ਪੰਜਾਬ ਸਰਕਾਰ ਸੁਣਦੀ ਹੋਵੇ, ਇੱਕ ਹੱਕ ਦੀ ਆਵਾਜ਼ ਆ। ਆਪਾਂ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ, ਲੋਕ ਹਿੱਤਾਂ ਦੀਆਂ, ਲੋਕ ਭਲਾਈ ਦੀਆਂ, ਪਰ ਜੇ ਇਸ ਤਰ੍ਹਾਂ ਦੇ ਆਸ਼ਰਮਾਂ ਦੇ ਵਿੱਚ ਗੇੜਾ ਮਾਰ ਲਿਆ ਜਾਵੇ, ਪੁੱਛ ਲਿਆ ਜਾਵੇ ਕਿ ਕਈਆਂ ਨੂੰ ਜਿਉਂਦੇ ਜੀ ਪਰਿਵਾਰਾਂ ਦੇ ਲੋਕ ਰੋ ਰਹੀ ਹੈ ਮਾਤਾ, ਮੈਂ ਜਿਹਨੂੰ ਕਹੂੰਗਾ ਤਸਵੀਰਾਂ ਦਿਖਾ ਦੇਵੇ, ਫੁੱਟ ਕੇ ਰੋ ਰਹੀ ਹੈ, ਅੱਖਾਂ 'ਚ ਹੰਝੂ ਆਏ, ਕਿਉਂਕਿ ਆਪਣੇ ਪਰਿਵਾਰ ਦਾ ਜੇਕਰ ਜੀ ਹਸਪਤਾਲ ਦਵਾਈ ਦਿਵਾਉਣ ਦੇ ਬਹਾਨੇ ਨਾਲ ਇੱਥੇ ਲੈ ਕੇ ਆ ਕੇ ਧੋਖੇ ਨਾਲ ਛੱਡ ਕੇ ਚੱਲ ਜਾਂਦਾ ਹੈ ਤੇ ਮੁੜ ਕੇ ਆਉਂਦਾ। ਉਹਦਾ ਨਾਂ ਸੰਧਿਆ ਦਾ ਆਦਮੀ, ਉਹਦਾ ਜਿਹੜਾ ਪੁੱਤ ਵਾ ਨਾ, ਉਹਨੇ ਆਪਰੇਸ਼ਨ ਕੀਤਾ, ਢਿੱਡ ਦਾ ਨਸ਼ੇ ਕਰਦਾ ਸੀ, ਸਾਰਾ ਢਿੱਡ ਉਹਦਾ ਬਾਹਰ ਕੀਤਾ, ਮੰਗ ਕੇ ਆਪਰੇਸ਼ਨ ਕੀਤਾ 2 ਲੱਖ ਦਾ। ਸਾਡੇ ਘਰਦਿਆਂ ਨੇ ਵੀ ਮਦਦ ਦਿੱਤੀ। ਅੱਜ ਉਹਨੂੰ ਕੌਣ ਦੇਗਾ ਮਦਦ? ਉਹਨੇ ਕੁਛ ਮੇਰੀ ਨਾ ਕੁਛ ਹੋ ਗਿਆ। ਹਾਂ, ਪੱਥਰ ਪਾੜ ਦਿੰਦੀ ਹੈ, ਹਾਂ ਸਿੱਧੀ ਫਿਰ ਤੁਰ ਦਰਗਾਹ ਜਾਂਦੀ ਹੈ। ਜੇ ਇਸ ਤਰ੍ਹਾਂ ਦੇ ਧੋਖੇ ਕਰੋਗੇ ਕਿ 12,000 ਰੁਪਏ ਦੀ ਪੈਨਸ਼ਨ ਦਾ ਕੁਝ ਪਤਾ ਨਹੀਂ ਕਿੱਥੇ ਜਾ ਰਹੀ, ਜਿਹਦੇ ਨਾਮ ਤੇ ਲੱਗੀ ਆ ਉਹ ਦਰ ਦੀਆਂ ਠੋਕਰਾਂ ਖਾ ਰਹੀ, ਫਿਰ ਵੀ ਜਿੰਦਾ ਜੀ ਬੇਸਹਾਰਾ ਆਸ਼ਰਮ ਨੇ ਰੱਖ ਲਈ ਹੈ। ਸੋ ਜੇਕਰ ਸਰਕਾਰ ਜਾਂ ਸਰਕਾਰ ਦੇ ਸਿਸਟਮ ਜਾਂ ਚਿੱਟੇ ਕੁੜਤਿਆਂ ਪਜਾਮਿਆਂ ਵਾਲੇ ਵੱਡੇ ਲੀਡਰ ਜਾਂ ਸਰਕਾਰੀ ਵੱਡੀਆਂ ਕੁਰਸੀਆਂ 'ਤੇ ਬੈਠੇ ਹੋਏ ਲੀਡਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਸੰਸਥਾਨਾਂ ਦੇ ਵਿੱਚ ਜਾ ਕੇ ਇੱਦਾਂ ਦੀਆਂ ਹੇਰਾਫੇਰੀਆਂ ਨੂੰ ਕਾਬੂ ਕਰਕੇ ਉਹਨਾਂ ਪਰਿਵਾਰਾਂ ਨੂੰ ਜ਼ਿੰਮੇਦਾਰ ਲਾ ਕੇ, ਜਾਂ ਜਿਨ੍ਹਾਂ ਦੀ ਜ਼ਮੀਨਾਂ ਲੁੱਟ ਹੋਈਆਂ ਉਹਦੀਆਂ ਰਜਿਸਟਰੀਆਂ ਰੱਦ ਕਰਕੇ ਇਹਨਾਂ ਬੇਸ਼ੱਕ ਆਸ਼ਰਮਾਂ ਨੂੰ ਚਲੀ ਜਾਵੇ, ਬੇਸ਼ਰਮਾਂ ਇਹਨਾਂ ਦੇ ਇਲਾਜ ਉੱਤੇ ਲੱਗ ਜਾਵੇ ਤਾਂ ਖੈਰ ਚੰਗਾ ਹੋਏਗਾ। ਫਿਲਹਾਲ ਮੇਰੇ ਕੋਲ ਸ਼ਬਦ ਨਹੀਂ ਹੈ, ਹਾਲਾਤ ਬਹੁਤ ਭਿਆਵਕ ਹੈ, ਤਸਵੀਰਾਂ ਬਹੁਤ ਝੰਜੋਲਣੇ ਵਾਲੀਆਂ ਨੇ। ਫਿਲਹਾਲ ਡੇਲੀ ਪੋਸਟ ਪੰਜਾਬੀ ਲਈ ਨੰਗਲ ਤੋਂ ਕੈਮਰਾਮੈਨ ਅਜੇ ਦੇ ਨਾਲ ਗੌਰਵ ਰਾਣਾ।